हर रोज़ की तरह प्रोग्राम प्राइम डिस्कशन विद जतिंदर पन्नू लैके एक बार फिर तो आप सब दे रूबरू हो गए हैं। मैं हाँ नवजीत। देश दुनिया दी खबरां ते चर्चा करांगे। जिहड़ी खबर सब तो पहली ध्यान मंगदी है, मनुखी अधिकार कमीशन ने कुछ सूबिਆਂ ਨੂੰ नोटिस जारी किया है। ਇਹਦਾ ਕੀ ਕਾਰਨ है? श्रोमणी अकाली दल ने उम्मीदवारों का ऐलान किया। लगता नीति में भी बदलाव आया है। होर भी बहुत सारिया खबरां ने। आम आदमी पार्टी की भी गल करांगे, पर उस तो पहला सीनियर पत्रकार जतिंदर पन्नू जी का स्वागत करते हैं। पन्नू साहब बहुत बहुत स्वागत जी। जी शुक्रिया। पन्नू साहब, किसानों तो गल शुरू कर लें। मनुखी अधिकार कमीशन ने 5 सूबिਆਂ ਨੂੰ नोटिस भेजा। ਇਹਦਾ ਕੀ ਕਾਰਨ ਹੈ ਨੋਟਿਸ ਭੇਜਣ ਦਾ? ਦੂਸਰੇ ਪਾਸੇ ਇਹ ਕੇਂਦਰ ਸਰਕਾਰ ਦਾ ਕੋਈ ਨਵਾਂ ਪੈਂਤੜਾ ਤਾਂ ਨਹੀਂ ਲੱਗਦਾ? ਪਤਾ ਨਹੀਂ ਕੇਂਦਰ ਦਾ ਪੈਂਤੜਾ ਹੈ ਜਾਂ ਕੀ ਗੱਲ ਹੈ। ਉੱਦਾਂ ਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿ ਦਿੱਤਾ ਕਿ ਲੜਾਈ ਕੇਂਦਰ ਨਾਲ ਹੈ ਤੇ ਉੱਥੇ ਜਾ ਕੇ ਲੜੋ ਜੀ। ਪੰਜਾਬ ਵਿੱਚ ਜਦੋਂ ਤੁਸੀਂ ਕਰਦੇ ਆ ਤੇ ਇੱਥੇ ਹਲਚਲ ਮੱਚਦੀ ਹੈ। 1 ਸਾਲ ਤੋਂ ਹਲਚਲ ਨਹੀਂ ਸੀ ਮੱਚੀ ਤੇ ਹੁਣ ਕਿਉਂ ਹਲਚਲ ਮੱਚੀ ਦਿਸਣ ਲੱਗ ਪਈ। ਇਹ ਪਹਿਲਾਂ ਪੰਜਾਬ ਸਰਕਾਰ ਨੂੰ ਵੀ ਸਪਸ਼ਟ ਕਰਨਾ ਚਾਹੀਦਾ। ਨਾਲੇ ਉਹ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਅਜੇ 4 ਦਿਨ ਪਹਿਲਾਂ ਪੰਜਾਬ ਦੀ ਕਾਂਗਰਸ ਦਾ ਨਵਾਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਾ ਕੇ ਕਿਸਾਨ ਜਥੇਬੰਦੀਆਂ 'ਚ ਕਹਿ ਕੇ ਆਇਆ ਕਿ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ ਜੀ। ਹੁਣ ਮੁੱਖ ਮੰਤਰੀ ਨੇ ਜਿਹੜੀ ਗੱਲ ਆਖੀ ਉਹਦੇ ਉੱਤੇ ਕਈ ਕਿਸਮ ਦੀ ਚਰਚਾ ਕੁਝ ਲੋਕਾਂ ਚਲਾ ਦਿੱਤੀ ਹੈ ਤੇ ਕਾਂਗਰਸ ਪਾਰਟੀ ਨੂੰ ਸਪਸ਼ਟ ਕਰਨਾ ਪਊਗਾ ਕਿ ਇਹੋ ਜਿਹੀ ਗੱਲ ਇਸ ਮੌਕੇ ਕਹਿਣ ਦੀ ਕੀ ਲੋੜ ਸੀ। ਇਹ ਗੱਲ ਜਾਂ ਤਾਂ ਪਹਿਲਾਂ ਪਿਛਲੇ ਸਾਲ ਹੀ ਕਹਿ ਲੈਂਦੇ ਜਾਂ ਸਾਂਝੀ ਪਾਰਟੀਆਂ ਦੀ ਮੀਟਿੰਗ 'ਚ ਕਹਿ ਲੈਂਦੇ, ਇਸ ਵੇਲੇ ਨਾ ਕਹਿੰਦੇ। ਜੀ। ਚਰਚਾ ਤਾਂ ਚੱਲਣੀ ਹੈ। ਦੂਜੇ ਪਾਸੋਂ ਕੇਂਦਰ ਸਰਕਾਰ ਹੈ, ਨਰਿੰਦਰ ਮੋਦੀ ਸਰਕਾਰ ਉੱਤੋਂ ਮੰਨੇ ਜਾਂ ਨਾ ਮੰਨੇ ਅੰਦਰੋਂ ਫਸਿਆ ਮਹਿਸੂਸ ਕਰਦੀ ਹੈ। ਪੰਜਾਬ ਵਿੱਚ ਵੀ, ਹਰਿਆਣੇ ਵਿੱਚ ਵੀ, ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਵਿੱਚ। ਪੰਜਾਬ ਵਿੱਚ ਤਾਂ ਸਮਝਦੇ ਪਹਿਲਾਂ ਵੀ ਸਾਡੇ ਪੱਲੇ ਕੀ ਸੀ, 2 ਸੀਟਾਂ ਸੀ। 3 ਹੁੰਦੀਆਂ ਸੀ, 3 ਚੋਂ 1 ਸੀਟ ਬਾਈ ਇਲੈਕਸ਼ਨ 'ਚ ਹਾਰ ਗਏ ਸੀ ਜੀ, ਗਵਾੜੇ ਵਾਲੀ। ਬਾਕੀ 2 ਰਹਿ ਗਈਆਂ। ਹੁਣ ਉਹ ਸਮਝਦੇ ਕਿ 2 ਵੀ ਆਉਣ ਨਾ ਆਉਣ ਕੋਈ ਫਰਕ ਨਹੀਂ ਪੈਂਦਾ। ਉੱਦਾਂ ਵੱਡੇ ਦਾ ਤੇ ਆ ਕਿ ਰਾਸ਼ਟਰਪਤੀ ਰਾਜ ਲੱਗ ਗਿਆ ਤੇ ਫਿਰ 117 ਹੀ ਆਪਣੀਆਂ ਨੇ। ਸਰਕਾਰ ਹੋਣੀ ਨਹੀਂ ਤੇ ਗਵਰਨਰ ਦੇ ਰਾਹੀਂ 117 ਦੇ ਉੱਤੇ ਰਾਜ ਆਪਾਂ ਕਰਨਾ। ਜਿਹੜਾ ਹਰਿਆਣੇ ਦੇ ਵਿੱਚ ਹੁਣੇ ਇਹਨਾਂ ਨੂੰ ਨੀਵਾਂ ਹੋਣਾ ਪਿਆ ਤੇ ਕਿਸਾਨਾਂ ਦੀ ਗੱਲ ਮੰਨਣੀ ਪਈ, ਉਹਦੀ ਬੇਇੱਜ਼ਤੀ ਵੀ ਆ। ਬਹੁਤੀ ਮੁਸ਼ਕਿਲ ਇਹ ਆ ਕਿ ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਲਹਿਰ ਸਿਰਫ ਪੱਛਮੀ ਉੱਤਰ ਪ੍ਰਦੇਸ਼ ਸੀ, ਉਹ ਹੌਲੀ ਹੌਲੀ ਪਰਾਂ ਨੂੰ ਵਧਣੀ ਸ਼ੁਰੂ ਹੋ ਗਈ ਆ। ਜਿਉਂ ਵੱਧਦੀ ਆ ਤਿਉਂ ਤੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਉਹਦੇ ਨਾਲ ਦੇ ਮਹਿਸੂਸ ਕਰਦੇ ਆ ਕਿ ਸਾਡੇ ਲਈ ਸਮੱਸਿਆਵਾਂ ਵੱਧ ਰਹੀਆਂ ਜੀ। ਇਹੋ ਜਿਹੇ ਹਾਲਾਤ ਦੇ ਵਿੱਚ ਆਪਣੇ ਇੱਕ ਬੰਦੇ ਤੋਂ ਸ਼ਿਕਾਇਤ ਕਰਵਾ ਦਿਓ ਜਾਂ ਉੱਥੋਂ ਦੀਆਂ ਸਰਕਾਰਾਂ ਤੋਂ ਕਿਸੇ ਤਰੀਕੇ ਪਹੁੰਚ ਕਰਵਾ ਦਿਓ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹੁਣ ਇਹ ਚੇਤਾ ਆ ਜਾਵੇ ਕਿ ਇਸ ਦੇਸ਼ ਵਿੱਚ ਮਨੁੱਖ ਵੀ ਵੱਸਦੇ ਆ ਤੇ ਉਹਨਾਂ ਦੀ ਚਿੰਤਾ ਕਰਨੀ ਆ। ਹੁਣ ਤੱਕ ਤੇ ਮਨੁੱਖੀ ਅਧਿਕਾਰ ਕਮਿਸ਼ਨ ਬਹੁਤੀ ਚਿੰਤਾ ਨਹੀਂ ਕਰ ਰਿਹਾ। ਮਨੁੱਖੀ ਅਧਿਕਾਰ ਕਮਿਸ਼ਨ ਨੂੰ ਉਦੋਂ ਚਿੰਤਾ ਹੀ ਨਹੀਂ ਹੋਈ ਜਦੋਂ ਲੋਕ ਮਰਦੇ ਪਏ ਸੀ। 2 ਮਹੀਨਿਆਂ ਦੇ ਵਿੱਚ 2.5-3 ਲੱਖ ਲੋਕ ਮਰ ਗਏ ਤੇ ਭਾਰਤ ਦਾ ਪ੍ਰਧਾਨ ਮੰਤਰੀ ਜਾ ਕੇ ਬੰਗਾਲ ਦਾ ਕਿਲ੍ਹਾ ਜਿੱਤਣ ਵਾਸਤੇ ਰੈਲੀਆਂ ਕਰਦਾ ਫਿਰਦਾ ਸੀ ਜੀ। ਜਦੋਂ ਹਸਪਤਾਲਾਂ ਵਿੱਚ ਗੈਸ ਨਹੀਂ ਸੀ ਪੂਰੀ ਮਿਲਦੀ, ਆਕਸੀਜਨ, ਹੋਰ ਚੀਜ਼ਾਂ ਨਹੀਂ ਸੀ ਮਿਲਦੀਆਂ, ਮਨੁੱਖੀ ਅਧਿਕਾਰ ਕਮਿਸ਼ਨ ਨੂੰ ਚੇਤਾ ਨਹੀਂ ਆਇਆ। ਇੰਨਾ ਕੁਛ ਹੁੰਦਾ ਰਿਹਾ, ਮਨੁੱਖੀ ਅਧਿਕਾਰ ਕਮਿਸ਼ਨ ਨੂੰ ਚਿੰਤਾ ਨਹੀਂ ਹੋਈ। ਹੁਣ ਮਨੁੱਖੀ ਅਧਿਕਾਰ ਕਮਿਸ਼ਨ ਨੇ 3-4 ਸਰਕਾਰਾਂ ਨੂੰ ਕਹਿ ਦਿੱਤਾ ਕਿ ਕਿਸਾਨਾਂ ਦੇ ਇਹਨਾਂ ਪ੍ਰਦਰਸ਼ਨਾਂ ਕਾਰਨ ਆਂਢ ਗੁਆਂਢ ਦੇ ਥਾਵਾਂ ਦੇ ਉੱਤੇ ਆਹ ਮੁਸ਼ਕਿਲ ਤੇ ਆਹ ਮੁਸ਼ਕਿਲ। ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖਾਂ ਦੇ ਅਧਿਕਾਰਾਂ ਵਾਸਤੇ ਹੈ, ਲੋਕਾਂ ਨੂੰ ਜਾਗਰਤ ਕਰਨ ਵਾਸਤੇ, ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ, ਸਟੈਂਡ ਲੈਣ ਵਾਸਤੇ ਹੈ। ਮਨੁੱਖੀ ਅਧਿਕਾਰ ਕਮਿਸ਼ਨ ਕੋਈ ਫਾਇਰ ਬ੍ਰਿਗੇਡ ਨਹੀਂ ਗਾ ਜਿਹਨੂੰ ਲੋੜ ਪਵੇ ਤੇ ਭਾਰਤ ਦੀ ਸਰਕਾਰ ਇਸ਼ਾਰਾ ਕਰੇ ਤੇ ਤੁਰ ਪਵੇ, ਤੇ ਜੇ ਭਾਰਤ ਦੀ ਸਰਕਾਰ ਇਸ਼ਾਰਾ ਨਾ ਕਰੇ ਤੇ ਚੁੱਪ ਕਰਕੇ ਘੇਸਣ ਮਾਰ ਕੇ ਬੈਠਾ ਰਹੇ। ਕੇਂਦਰ ਸਰਕਾਰ ਜਿੰਨੇ ਕੁ ਕੇਂਦਰ ਦੇ ਕਮਿਸ਼ਨ ਹੈ ਉਹਨਾਂ ਵਿੱਚ ਆਪਣੇ ਬੰਦੇ, ਖਾਸ ਤੌਰ 'ਤੇ ਰਿਟਾਇਰਡ ਬਿਊਰੋਕਰੇਟ ਯਾਨੀ ਜਿਹੜੇ ਅਫਸਰ ਵੱਡੀਆਂ ਪੋਸਟਾਂ ਤੋਂ ਰਿਟਾਇਰ ਹੁੰਦੇ ਨੇ ਜਾਂ ਰਿਟਾਇਰ ਹੋਏ ਜੱਜਾਂ ਦੇ ਵਿੱਚੋਂ ਆਪਣੀ ਪਸੰਦ ਦੇ ਜੱਜ ਚੁਣ ਕੇ ਲਾ ਦਿੰਦੀ ਹੈ। ਸੂਬਿਆਂ ਦੀਆਂ ਸਰਕਾਰਾਂ ਵੀ, ਇੱਥੇ ਪੰਜਾਬ ਦੀ ਸਰਕਾਰ ਨੇ ਵੀ ਤੇ ਆਪਣੀ ਪਸੰਦ ਦੇ ਲਾਏ ਹੋਏ। ਜਿਹੜੇ ਪਸੰਦ ਦੇ ਲਾਏ ਹੁੰਦੇ ਆ ਉਹ ਲਾਉਣ ਬੰਨਿਆਂ ਹੀ ਇਹ ਸੋਚ ਹੁੰਦੀ ਆ ਕਿ ਬਾਅਦ ਵਿੱਚ ਸਾਡੀ ਮਰਜ਼ੀ ਮੁਤਾਬਕ ਕੰਮ ਕਰਨਗੇ
ਮੈਨੂੰ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਹੋਣ ਵਾਲੇ ਕਦਮਾਂ ਦੇ ਉੱਤੇ ਕੋਈ ਹੈਰਾਨੀ ਨਹੀਂ ਹੋਈ। ਜੀ। ਇਹ ਜੋ ਕੁਝ ਹੁੰਦਾ ਪਿਆ, ਇੰਨੇ ਚਿਰ ਦੇ ਲੋਕ ਦਿੱਲੀ ਦੇ ਬਾਰਡਰਾਂ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਧੁੰਦ ਦੇ ਵਿੱਚ ਵੀ ਬੈਠੇ ਸੀ। ਮਨੁੱਖੀ ਅਧਿਕਾਰ ਕਮਿਸ਼ਨ ਦੇ ਜੱਜ ਤੇ ਹੋਰ ਮੈਂਬਰ ਨਿੱਘੇ ਕਮਰਿਆਂ 'ਚ ਸੌਂਦੇ ਸਨ। ਲੋਕ ਗਰਮੀ 'ਚ ਮਈ 'ਚ ਸੜਦੇ ਰਹੇ। ਇਹ ਏਸੀ ਕਮਰਿਆਂ ਤੇ ਏਸੀ ਕਾਰਾਂ 'ਚ ਹੁੰਦੇ ਸਨ। ਲੋਕ ਬਰਸਾਤ ਵਿੱਚ ਗੋਡੇ ਗੋਡੇ ਖਲੋਤੇ ਪਾਣੀ ਦੇ ਵਿੱਚ ਬੈਠੇ ਰਹੇ। ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮਨੁੱਖਾਂ ਦੇ ਅਧਿਕਾਰਾਂ ਦਾ ਚੇਤਾ ਹੀ ਨਹੀਂ ਆਇਆ। ਹੁਣ ਜੇ ਚੇਤਾ ਆਇਆ ਤਾਂ ਮੈਂ ਇਸ ਚੇਤੇ ਤੇ ਖੁਸ਼ ਨਹੀਂ। ਜੀ। ਮੈਂ ਸਮਝਦਾ ਕਿ ਇਹ ਇੱਕ ਤਰਫਾ ਚੇਤਾ, ਲੋਕ ਇਹੋ ਜਿਹੇ ਚੇਤੇ ਤੇ ਖੁਸ਼ ਨਹੀਂ ਹੋ ਸਕਦੇ। ਪਰ ਸਾਹਿਬ, ਕਿਸਾਨਾਂ ਦੀ ਰਾਜਨੀਤਿਕ ਆਗੂਆਂ ਨਾਲ ਮੁਲਾਕਾਤ ਹੋਈ ਸੀ ਕਿ ਚੋਣ ਪ੍ਰਚਾਰ ਰੋਕ ਦਿੱਤਾ ਜਾਵੇ। ਕੁਝ ਕੁ ਪਾਰਟੀਆਂ ਨੇ ਰੋਕ ਵੀ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਹੁਣ 64 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਲੰਬੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਕਿਵੇਂ ਦੇਖਦੇ ਆ? ਫਿਰ ਜਿਹੜੀ ਭੱਜ ਦੌੜ ਸੀਗੀ, ਤੇਜ਼ ਰਫ਼ਤਾਰ ਫੜੀ ਸੀ ਗੱਡੀ, ਪੂਰੀ ਬ੍ਰੇਕ ਲੱਗਦੀ ਨਹੀਂ, ਦੌੜੀ ਜਾ ਰਿਹਾ? ਨਹੀਂ, ਦੌੜੀ ਕੋਈ ਨਹੀਂ ਜਾ ਰਿਹਾ। ਅਕਾਲੀ ਦਲ ਅੱਗੇ ਰੈਲੀਆਂ ਕਰ ਕਰਕੇ ਚੋਣਾਂ ਦਾ ਐਲਾਨ ਕਰਦਾ ਸੀ। ਜੀ। ਇਹਨਾਂ ਚੋਣਾਂ ਦੇ ਐਲਾਨ ਵਾਸਤੇ ਸਭ ਤੋਂ ਪਹਿਲੀ ਰੈਲੀ ਖੇਮਕਰਨ 'ਚ ਰੱਖੀ ਸੀ, ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਹਿ ਦਿੱਤਾ ਸੀ ਕਿ ਅਸੀਂ ਇਕੱਲੀ ਪੱਟੀ ਨਹੀਂ, ਖੇਮਕਰਨ ਦੀ ਸੀਟ ਵੀ ਸਾਡੇ ਟੱਬਰ ਨੇ ਲੜਨੀ ਹੈ। ਅਤੇ ਇਹਨਾਂ ਨੇ ਵਿਰਸਾ ਸੋ ਵਲਟੋਏ ਨੂੰ ਮਨਾਉਣ ਵਾਸਤੇ ਉੱਥੇ ਰੈਲੀ ਰੱਖੀ ਕਿ ਤੇਰੇ ਕੋਲ ਆ ਕੇ ਸਭ ਤੋਂ ਪਹਿਲੀ ਸੀਟ ਦਾ ਤੇਰਾ ਐਲਾਨ ਕਰਾਂਗੇ। ਫਿਰ ਇਹ ਲੰਬੀ 'ਚ 2-3 ਗੇੜੇ ਮਾਰੇ ਅਤੇ ਰੌਲਾ ਪੈ ਗਿਆ, ਬਾਪੂ ਦੀ ਥਾਂ ਇਹ ਚੋਣ ਲੰਬੀ ਤੋਂ ਲੜਨੀ ਚਾਹੁੰਦਾ। ਇਹਨੂੰ ਖੜੇ ਪੈਰ ਜਲਾਲਾਬਾਦ 'ਚ ਰੈਲੀ ਰੱਖ ਕੇ ਇਹ ਐਲਾਨ ਕਰਨਾ ਪਿਆ ਕਿ ਇੱਥੋਂ ਮੈਂ ਲੜਾਂਗਾ, ਅਤੇ ਅਗਲੇ ਦਿਨ ਫਿਰ ਜਾ ਕੇ ਮਜੀਠੇ 'ਚ ਕੀਤਾ ਸੀ। ਫਿਰ ਇਹਨੇ ਜਿੱਥੇ ਜਿੱਥੇ ਰੈਲੀਆਂ ਰੱਖੀਆਂ ਸਭ ਥਾਵਾਂ 'ਤੇ ਚੋਣਾਂ ਦੇ ਐਲਾਨ ਕੀਤੇ। ਅਖੀਰਲਾ ਐਲਾਨ ਇਹਨੇ ਕੀਤਾ ਸੀ ਮੋਗੇ 'ਚ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਦਾ। ਜੀ। ਮੱਖਣ ਬਰਜਿੰਦਰ ਸਿੰਘ ਬਰਾੜ ਹੈ, ਮੱਖਣ ਉਹਨੂੰ ਲਾਡ ਨਾਲ ਪਰਿਵਾਰ 'ਚ ਕਹਿੰਦੇ, ਠੀਕ ਹੈ। ਉਹ ਮੁੰਡਾ ਚੋਣ ਲੜੇਗਾ ਅਸੈਂਬਲੀ ਦੀ। ਉਹਦੇ ਬਾਪੂ ਨੂੰ ਵੀ ਬਾਅਦ 'ਚ ਟਿਕਟ ਦੇ ਦਿੱਤੀ ਹੈ, ਧਰਮਕੋਟ ਤੋਂ ਦੋਵਾਂ ਨੂੰ ਇੱਕੋ ਪਰਿਵਾਰ 'ਚ ਟਿਕਟਾਂ ਦੇ ਦਿੱਤੀਆਂ। ਸਿਕੰਦਰ ਸਿੰਘ ਮਲੂਕਾ 2 ਮੰਗਦਾ ਸੀ, ਉਹਨੂੰ ਨਹੀਂ ਦਿੱਤੀਆਂ। ਉਹਨੂੰ ਇਕੱਲਾ ਰਾਮਪੁਰਾ ਫੂਲ ਦੇ ਕੇ ਆਖਿਆ ਤੇਰੇ ਪੁੱਤਰ ਨੂੰ ਪਾਰਟੀ ਦਾ ਜਨਰਲ ਸੈਕਟਰੀ ਬਣਾ ਦਿੰਦੇ ਹਾਂ, ਉਹਦੇ 2 ਦੇ ਦਿੰਦੇ ਹਾਂ, ਪਰ ਟਿਕਟਾਂ 2 ਨਹੀਂ ਦੇਣੀਆਂ। ਜਿਹੜੀਆਂ ਟਿਕਟਾਂ 64 ਅਨਾਊਂਸ ਕੀਤੀਆਂ, ਉਹਨਾਂ ਦੇ ਵਿੱਚ ਬਹੁਤਾ ਕੁਝ ਤੇ ਉਹੋ ਹੀ ਆ ਜੋ ਅੱਗੇ ਹੁੰਦਾ। 19-21 ਦਾ ਫਰਕ ਹੈ। ਕੀ ਫਰਕ ਪਿਆ ਕਿ ਭਾਜਪਾ 'ਚੋਂ ਛੱਡ ਕੇ ਸਾਬਕਾ ਮੰਤਰੀ ਆਇਆ ਅਨਿਲ ਜੋਸ਼ੀ, ਉਹਨੂੰ ਅੰਮ੍ਰਿਤਸਰ ਨਾਰਥ ਦੀ ਟਿਕਟ ਦੇ ਦਿੱਤੀ, ਅੰਮ੍ਰਿਤਸਰ ਉੱਤਰੀ ਹਲਕੇ ਦੀ। ਜਗਬੀਰ ਸਿੰਘ ਬਰਾੜ ਬਾਦਲ ਸਾਹਿਬ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਦੇ ਮਾਮੇ ਦਾ ਪੁੱਤ ਹੈ। ਉਹਦੇ ਕਹਿਣ 'ਤੇ ਇਹਨੂੰ ਟਿਕਟ ਦਿੱਤੀ। ਜਲੰਧਰ ਕੈਂਟ ਤੋਂ ਜਿਤਾਇਆ ਸੀ। ਅਗਲੀ ਵਾਰੀ ਤੱਕ ਮਤਭੇਦ ਹੋਏ, ਭਤੀਜਾ ਗਿਆ ਅਤੇ ਭਤੀਜੇ ਦੇ ਮਾਮੇ ਦਾ ਪੁੱਤ ਵੀ ਨਾਲ ਚਲਾ ਗਿਆ, ਪੀਪਲਸ ਪਾਰਟੀ ਬਣਾ ਲਈ। ਨਈ ਨਿਭੀ ਅਤੇ ਦੋਵੇਂ ਮਾਮੇ ਭੂਆ ਅਤੇ ਪੁੱਤ ਵੱਖੋ ਵੱਖ ਹੋ ਗਏ। ਇਹ ਕਾਂਗਰਸ ਵਿੱਚ ਚਲਾ ਗਿਆ ਜਗਬੀਰ ਸਿੰਘ ਬਰਾੜ। 2 ਚੋਣਾਂ ਕਾਂਗਰਸ ਵੱਲੋਂ ਲੜੀਆਂ, ਦੋਵੇਂ ਵਾਰੀ ਹਾਰ ਗਿਆ। ਜਲੰਧਰ ਕੈਂਟ ਤੋਂ ਵੀ, ਨਕੋਦਰ ਤੋਂ ਵੀ। ਹੁਣ ਉਹ ਵਾਪਸ ਆ ਗਿਆ, ਉਹਨੂੰ ਜਲੰਧਰ ਕੈਂਟ ਦੀ ਟਿਕਟ ਦੇ ਦਿੱਤੀ। ਚਲੋ ਇਹ ਨਵੀਂ ਗੱਲ ਹੈ। ਜੀ। ਇੱਦਾਂ ਦੀਆਂ ਕੁਝ ਹੋਰ ਦਿੱਤੀਆਂ ਨੇ, ਪਰ ਜਿਹੜੀਆਂ ਸੀਟਾਂ ਦੇ ਉੱਤੇ ਲੋਕਾਂ ਦਾ ਵੱਡਾ ਧਿਆਨ ਸੀ, ਉੱਥੇ ਅਕਾਲੀ ਦਲ ਨੇ ਚੁੱਪ ਰੱਖੀ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਬੀਬੀ ਜਗੀਰ ਕੌਰ ਨੇ ਚੋਣ ਲੜਨੀ ਆ ਕਿ ਪਰਿਵਾਰ ਦੇ ਯੁਵਰਾਜ ਨੇ ਲੜਨੀ ਆ। ਉਹ ਸੀਟ ਬਾਰੇ ਚੁੱਪ ਰੱਖੀ ਗਈ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਵੱਡੇ ਬਾਦਲ ਸਾਹਿਬ ਨੇ ਚੋਣ ਲੜਨੀ ਹੈ ਕਿ ਨਹੀਂ। ਉੱਦਾਂ ਤਾਂ 2002 ਤੋਂ ਲੈ ਕੇ ਕਹਿੰਦੇ ਆਏ ਇਹ ਮੇਰੀ ਆਖਰੀ ਚੋਣ, ਇਹ ਮੇਰੀ ਆਖਰੀ ਚੋਣ ਹੈ। ਜੀ। 2002, 2007, 2012, 2017 4 ਤਾਂ ਆਖਰੀ ਲੜ ਲਈਆਂ। ਇਸ ਵਾਰੀ ਉਹਨਾਂ ਨੇ ਚੋਣ ਲੜਨੀ ਕਿ ਪਰਿਵਾਰ ਦੇ ਵਿੱਚੋਂ ਇੱਕ ਹੋਰ ਜੀ ਤਿਆਰ ਕਰ ਰਹੇ, ਉਹਨੇ ਲੜਨੀ ਆ। ਅਜੇ ਉਹਦੇ ਬਾਰੇ ਫੈਸਲਾ ਨਹੀਂ ਦੱਸਿਆ ਉਹਨਾਂ ਨੇ। ਇੱਦਾਂ ਕਈ ਹੋਰ ਥਾਵਾਂ ਨੇ। ਅੱਛਾ, ਜਿਹੜੀਆਂ ਗੱਲਾਂ ਲੋਕਾਂ ਦਾ ਧਿਆਨ ਖਿੱਚਦੀਆਂ ਉਹਨਾਂ 'ਚ ਇਹ ਵੀ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖਤ ਤੋਂ ਮਾਫੀ ਮਿਲਣੀ ਕਿ ਨਹੀਂ ਮਿਲਣੀ। ਉਹਦੇ ਹਲਕੇ 'ਚ ਟਿਕਟ ਕਿਸੇ ਨੂੰ ਨਹੀਂ ਦਿੱਤੀ। ਉਹਦੇ ਪਰਿਵਾਰ ਦੇ ਵਿੱਚ ਉਹਦਾ ਪੁੱਤਰ ਵੀ ਤਿਆਰ ਸੀ, ਹੁਣ ਟਿਕਟ ਨਹੀਂ। ਨਾਲ ਦਾ ਹਲਕਾ ਉੱਥੇ ਵੀ ਅਜੇ ਤੱਕ ਰੇੜਕਾ। ਅਜੇ ਤੱਕ ਇਹ ਨਹੀਂ ਦੱਸਿਆ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਛੱਡ ਗਿਆ ਸੀ। ਉਹਨੇ ਆਪਣੇ ਨਾਲ 3-4 ਹੋਰ ਲੈ ਕੇ ਟਕਸਾਲੀ ਅਕਾਲੀ ਦਲ ਬਣਾਇਆ ਸੀ।
ਹੁਣ ਟਕਸਾਲੀ ਅਕਾਲੀ ਦਲ ਤੇ ਲੱਭਦਾ ਨਹੀਂ, ਪਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰੇ ਦਾ ਹਲਕਾ ਤੇ ਹੈਗਾ, ਜੀ ਉੱਥੇ ਕੀ ਕਰਨਾ। ਇੱਦਾਂ ਦੇ ਕਈ ਹਲਕੇ ਆ ਜਿਨ੍ਹਾਂ ਦੇ ਬਾਰੇ ਅਜੇ ਤੱਕ ਚੁੱਪ ਰੱਖੀ ਗਈ ਹੈ। ਕੁਝ ਹਲਕਿਆਂ ਤੇ ਰੇਟਕਾ ਵੀ ਹੁਣ, ਜਿੱਦਾਂ ਜਲੰਧਰ ਕੈਂਟ 'ਚੋਂ ਜਗਵੀਰ ਸਿੰਘ ਬਰਾੜ ਨੂੰ ਟਿਕਟ ਦੇ ਦਿੱਤੀ ਹੈ ਤੇ ਸਰਬਜੀਤ ਸਿੰਘ ਮੱਕੜ ਰੁੱਸ ਗਿਆ। ਉੱਥੋਂ ਜਾ ਕੇ ਸ਼ਾਮ 84 ਤੋਂ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਤੇ ਬੀਬੀ ਮਹਿੰਦਰ ਕੌਰ ਜੋਸ਼ ਦੇ ਬਾਰੇ ਚ ਸੁਣਦੇ ਨੇ। ਕੁਝ ਹੋਰਨਾਂ ਥਾਵਾਂ ਤੇ ਵੀ ਰੇਟਕਾ ਪਿਆ ਫਿਰਦਾ। ਅਜੇ ਸ਼ੁਰੂਆਤ ਆ। ਇਹ ਪਹਿਲੀ ਲਿਸਟ ਆਈ ਆ, 20 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਨੂੰ ਛੱਡੀਆਂ ਨੇ। ਚਮਕੌਰ ਦੀ ਸੀਟ ਵੀ ਛੱਡ ਦਿੱਤੀ ਤੇ ਉਹਦਾ ਕਰਕੇ ਜਿਹੜਾ ਚਮਕੌਰ ਬੜਾ ਮੁੱਖ ਪਰਿਵਾਰ ਹੁੰਦਾ ਸੀ ਇਹਨਾਂ ਦਾ, ਅਕਾਲੀ ਦਲ ਜੀ ਤੇ ਬਹੁਤੀ ਟੇਕ ਰੱਖਦਾ ਸੀ, ਉਹ ਪਰਿਵਾਰ ਵੀ ਰੁੱਸ ਗਿਆ। ਇਹ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਰੁੱਸਣ ਮਰਨ ਦੀ ਖੇਡ ਹੋਣੀ ਆ ਜੇ, ਪਰ ਇਹਨਾਂ ਦੇ ਅਜੇ ਸ਼ੁਰੂਆਤ ਹੈ। ਇਸ ਸ਼ੁਰੂਆਤ ਦੇ ਵਿੱਚ ਹੀ ਕਈ ਕਿਸਮ ਦੇ ਸਮਰਾਲੇ ਦੇ ਵਿੱਚੋਂ ਜਾ ਕੇ ਟਿਕਟ ਦੇਣ ਲੱਗਿਆ, ਜਿੱਦਾਂ ਦੇ ਮਤਭੇਦ ਸਾਹਮਣੇ ਆਏ ਸਾਰਿਆਂ ਨੂੰ ਪਤਾ ਜੀ, ਉਹਨਾਂ ਮਤਭੇਦਾਂ ਦਾ ਕਾਰਨ ਵੀ ਪਤਾ। ਇਹ ਜੇ ਪਹਿਲੀ ਲਿਸਟ ਹੈ, ਦੂਜੀ ਲਿਸਟ ਇਕੱਠੀ ਆਉਂਦੀ ਹੈ ਕਿ ਦੋ ਤਿੰਨ ਹਿੱਸਿਆਂ 'ਚ ਆਉਂਦੀ ਪਤਾ ਨਹੀਂ, ਪਰ ਇਬਤਦਾ ਇਸ਼ਕ ਹੈ, ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਪਰ ਸਾਹਿਬ ਕੁਝ ਸੀਟਾਂ ਤੇ ਇੱਧਰ ਚੁੱਪ ਹੈ, ਉੱਧਰ ਭਗਵੰਤ ਮਾਨ ਦੀ ਚੁੱਪ ਹੈ। ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਅਰਵਿੰਦ ਕੇਜਰੀਵਾਲ ਨੂੰ ਕੌਮੀ ਕਨਵੀਨਰ ਤੀਜੀ ਵਾਰ ਚੁਣ ਲਿਆ, ਭਗਵੰਤ ਮਾਨ ਵਰਚੁਅਲ ਮੀਟਿੰਗ ਵਿੱਚ ਨਹੀਂ ਜਾਂਦੇ। ਇਹ ਸਾਰੀਆਂ ਗੱਲਾਂ ਨੂੰ ਦੇਖਿਆ ਜਾਵੇ ਤਾਂ ਫਿਰ ਆਮ ਆਦਮੀ ਪਾਰਟੀ ਕਿੱਥੇ ਖੜੀ ਆ? ਆਮ ਆਦਮੀ ਪਾਰਟੀ 'ਚ ਬੜਾ ਕੁਝ ਬਦਲ ਗਿਆ। ਜਦੋਂ ਇਹ ਬਣੀ ਸੀ ਪਾਰਟੀ ਉਦੋਂ ਹੋਰ ਤਰ੍ਹਾਂ ਦੀ ਸੀ, 2 ਵਾਰੀ 3 ਵਾਰੀ ਚੱਲਣ ਤੋਂ ਬਾਅਦ ਹੁਣ ਹੋਰ ਤਰ੍ਹਾਂ ਦੀ ਹੋ ਗਈ ਹੈ ਜੀ। ਇਹਨਾਂ ਨੇ ਪਹਿਲਾਂ ਇਹ ਫੈਸਲਾ ਤੋੜ ਦਿੱਤਾ ਕਿ ਕੋਈ 2 ਵਾਰੀ ਕਨਵੀਨਰ ਬਣੇਗਾ ਪਾਰਟੀ ਦਾ, ਇਸ ਤੋਂ ਵੱਧ ਨਹੀਂ। ਕਈ ਪਾਰਟੀਆਂ 'ਚ ਪ੍ਰਧਾਨ ਮੁੱਖ ਹੁੰਦਾ, ਪ੍ਰਧਾਨ ਹੀ ਹਰ ਵਾਰੀ ਮੁੱਖ ਰਹਿੰਦਾ ਜੀ। ਕੁਝ ਪਾਰਟੀਆਂ 'ਚ ਜਿੱਦਾਂ ਕਮਿਊਨਿਸਟ ਪਾਰਟੀ 'ਚ ਹੋਵੇ ਜਾਂ ਅੰਨਾ DMK 'ਚ ਹੋਵੇ, ਜਨਰਲ ਸੈਕਟਰੀ ਪਾਰਟੀ ਦਾ ਮੁਖੀ ਹੁੰਦਾ, ਜਨਰਲ ਸੈਕਟਰੀ ਮੁਖੀ ਤੁਰਿਆ ਜਾਂਦਾ, ਅੱਡ ਥਾਵਾਂ 'ਤੇ ਚੱਲਦਾ। ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਪਾਰਟੀ 'ਚ ਇੱਕ ਵਾਰੀ ਕਨਵੀਨਰ ਬਣਾ ਦਿੱਤਾ ਕੇਜਰੀਵਾਲ, ਹੁਣ ਆਖਿਆ ਸੀ 2 ਵਾਰ ਤੋਂ ਵੱਧ ਨਹੀਂ ਬਣੇਗਾ, ਹੁਣ ਆਪੇ ਫੈਸਲਾ ਕਰ ਲਿਆ ਕਿ 2 ਤੋਂ ਵੱਧ ਵਾਰ ਵੀ ਬਣ ਸਕਦਾ। ਇਹ ਵੀ ਸੀ 3-3 ਸਾਲ ਤੱਕ ਬਣੇਗਾ, ਹੁਣ 5-5 ਕਰ ਦਿਓ, 5 ਵਾਰ ਬਣਾ ਲਓ, ਭਾਵੇਂ 25 ਸਾਲ ਲਈ ਇੱਕ ਵਾਰੀ ਕਰ ਦਿਓ। ਚੀਨ ਵਾਲਿਆਂ ਨੇ, ਰੂਸ ਵਾਲਿਆਂ ਨੇ ਕੀਤਾ ਹੀ ਆ। ਜੇ 20-25 ਸਾਲ ਦਾ ਉਹ ਇਕੱਠਾ ਕਰ ਸਕਦੇ, ਤੁਸੀਂ ਵੀ ਮੁੜ ਕੇ ਸਾਧ ਸੰਗਤ ਨੂੰ ਸੱਦਣ ਤੇ ਉੱਥੇ ਮੀਟਿੰਗ ਕਰਨ ਤੇ ਉਹਦੇ ਵਿੱਚੋਂ ਇਹੋ ਜਿਹੇ ਫੈਸਲੇ ਕਰਾਉਣ ਦੀ ਥਾਂ ਇੱਕ ਵਾਰੀ 25-30 ਸਾਲ ਦਾ ਕਰਵਾ ਲਓ, ਕਿਹੜਾ ਕਿਸੇ ਨੇ ਰੋਕਣਾ ਜੀ। ਪਰ ਸਵਾਲ ਤਾਂ ਇਹ ਹੈ ਕਿ ਪਾਰਟੀ ਜਦੋਂ ਵੱਖਰੀ ਪਾਰਟੀ ਬਣਾਈ ਗਈ, ਇਹ ਆਖਿਆ ਗਿਆ ਸੀ ਪਹਿਲੀ ਗੱਲ ਪਾਰਟੀ 'ਚ ਅੰਦਰੂਨੀ ਲੋਕਤੰਤਰ ਹੋਵੇਗਾ। ਹੁਣ ਉਹ ਪਾਰਟੀ 'ਚ ਅੰਦਰੂਨੀ ਲੋਕਤੰਤਰ ਨਹੀਂ, ਕੇਜਰੀਵਾਲ ਤੰਤਰ ਵਾਲੇ ਪਾਸੇ ਨੂੰ ਪਾਰਟੀ ਵੱਧ ਰਹੀ ਹੈ। ਦੂਸਰਾ ਸੀ ਕਿ ਹਾਈਕਮਾਨ ਕਲਚਰ ਨਹੀਂ ਹੋਵੇਗਾ, ਜਿੱਦਾਂ ਭਾਜਪਾ ਵਿੱਚ ਚੱਲਦਾ। ਹਾਈਕਮਾਂਡ ਫੈਸਲਾ ਕਰਦੀ ਹੈ ਫਲਾਣੇ ਸੂਬੇ 'ਚ ਫਲਾਣਾ ਪ੍ਰਧਾਨ ਹੋਵੇਗਾ। ਕਾਂਗਰਸ ਵਿੱਚ ਇਸ ਤਰ੍ਹਾਂ ਚੱਲਦਾ, ਬਹੁਜਨ ਸਮਾਜ ਪਾਰਟੀ 'ਚ ਚੱਲਦਾ, ਕਈਆਂ ਹੋਰਨਾਂ 'ਚ ਚੱਲਦਾ। ਇਹ ਫੈਸਲਾ ਸੀ ਸਾਡੇ 'ਚ ਇਹ ਨਹੀਂ ਹੋਵੇਗਾ। ਪਰ ਹੁਣ ਤਾਂ ਸਾਫ਼ ਹੈ ਕਿ ਪੰਜਾਬ ਹੋਵੇ ਕੋਈ ਹੋਵੇ, ਫੈਸਲੇ ਦਿੱਲੀ ਤੋਂ ਲੱਦੇ ਜਾ ਰਹੇ ਨੇ। ਪਾਰਦਰਸ਼ਤਾ ਸੀ, ਪਾਰਦਰਸ਼ਤਾ ਵੀ ਖਤਮ। ਪਰਿਵਾਰ ਵਿੱਚ 2 ਅਹੁਦੇ ਨਾ ਦਿੱਤੇ ਜਾਣ ਦੀ ਗੱਲ ਸੀ, ਹੁਣ ਉਹ ਵੀ 2। ਅਜੇ ਤਾਂ ਸ਼ੁਰੂਆਤ ਹੈ, 2 ਤੋਂ ਬਾਅਦ 3 4 5 ਕਰਨ, ਜੋ ਮਰਜ਼ੀ ਕਰਨ, ਕਿਹੜਾ ਪੁੱਛੂਗਾ ਜੀ। ਜਿਹੜੀ ਆਮ ਆਦਮੀ ਪਾਰਟੀ ਬਣਾਈ ਗਈ ਸੀ, ਉਸ ਆਮ ਆਦਮੀ ਪਾਰਟੀ ਨੂੰ ਕਾਂਟ ਛਾਂਟ ਕਰਕੇ ਹੌਲੀ ਹੌਲੀ ਬਹੁਜਨ ਸਮਾਜ ਪਾਰਟੀ ਜਾਂ ਅੰਨਾ DMK, ਜੈਲਲਿਤਾ ਵਾਲੀ ਜਾਂ ਤ੍ਰਿਣਮੂਲ ਕਾਂਗਰਸ ਦੇ ਨੇੜੇ ਲੈ ਜਾਓ, ਜਾਂ ਫਿਰ ਵਲਵਲਾਵੇਂ ਪਾ ਕੇ ਤੇ ਤਿਆਰੀ ਕਰ ਲਓ ਕਿ 5-7 ਸਾਲਾਂ ਤੱਕ ਅਸੀਂ ਕਾਂਗਰਸ ਵਾਲਾ ਕਲਚਰ ਲੈ ਆਉਣਾ, ਤੇ ਸਿੱਟਾ ਕਿ ਨਿਕਲੇਗਾ। ਭਗਵੰਤ ਮਾਨ ਹੈ, ਉਹਦੇ ਗੁੱਸੇ ਗਿਲੇ ਨਾਰਾਜ਼ਗੀਆਂ ਆਪਣੀ ਥਾਂ ਹੋਣ। ਜੇ ਪਾਰਟੀ ਮੀਟਿੰਗ 'ਚ ਨਹੀਂ ਗਿਆ ਤੇ ਗਲਤ ਕੀਤਾ, ਉਹਨੂੰ ਜਾਣਾ ਚਾਹੀਦਾ ਸੀ। ਜਾਵੇ ਮਨ 'ਚ ਕੋਈ ਨਾਰਾਜ਼ਗੀ ਉੱਥੇ ਰੱਖੇ। ਲੋਕਾਂ ਕੋਲ ਬੁੜਬੁੜ ਕਰਦਾ ਤੁਰਿਆ ਫਿਰੂਗਾ ਤੇ ਲੋਕਾਂ ਨੇ ਤੇ ਵੋਟਾਂ ਤੇ ਭਾਵੇਂ ਪਾ ਦੇਣ, ਪਾਰਟੀ ਦੇ ਵਿੱਚ ਕੋਈ ਦਖਲ ਨਹੀਂ ਦੇਣਾ। ਪਾਰਟੀ ਵਿੱਚ ਤੈਨੂੰ ਆਪਣੀ ਪੋਜੀਸ਼ਨ ਵਾਸਤੇ ਆਪ ਲੜਨਾ ਪਊ ਜੀ। ਜੇ ਉੱਥੇ ਜਾਂਦਾ ਨਹੀਂ, ਸਥਿਤੀ ਨੂੰ ਫੇਸ ਨਹੀਂ ਕਰਦਾ। ਹੁਣ ਪਤਾ ਲੱਗਾ ਕਿ ਉਹਦੀ ਤੇ ਅਰਵਿੰਦ ਕੇਜਰੀਵਾਲ ਦੀ ਆਪੋ ਵਿੱਚ ਮੀਟਿੰਗ ਹੋਈ ਸੀ ਕੋਈ। ਉਸ ਮੀਟਿੰਗ ਬਾਰੇ ਨਾ ਕੇਜਰੀਵਾਲ ਬਾਹਰ ਦੱਸਦਾ, ਨਾ ਭਗਵੰਤ ਮਾਨ ਦੱਸਦਾ। ਆਸਿਓਂ ਪਾਸਿਓਂ ਖਬਰਾਂ ਆਉਂਦੀਆਂ ਨੇ
ਕਿ ਦੋਵਾਂ ਨੇ ਆਮੋ ਸਾਹਮਣੇ ਗੱਲ ਆਖੀ। ਇਹਨੇ ਕਹਿ ਦਿੱਤਾ ਕਿ ਮੈਨੂੰ ਪਾਸੇ ਕੀਤੇ ਦਾ ਕੀ ਨਤੀਜਾ ਨਿਕਲੂ। ਉਹਨੇ ਕਹਿ ਦਿੱਤਾ ਕਿ ਵੋਟਾਂ ਕੇਜਰੀਵਾਲ ਦੇ ਨਾਂ 'ਤੇ ਝਾੜੂ ਨੂੰ ਪੈਣੀਆਂ ਤੇ ਹੁੰਜਾ ਫਿਰ ਜਾਣਾ। ਹੁੰਜਾ ਫਿਰ ਜਾਣਾ, ਕਿੱਧਰ ਨੂੰ ਫਿਰ ਜਾਣਾ ਇਹ ਤਾਂ ਕੋਈ ਪਤਾ ਨਹੀਂ ਜੀ। ਇਹ ਉਹਨਾਂ ਦਾ ਮਾਮਲਾ, ਆਪੇ ਜਾਣਦੇ ਰਹਿਣ। ਪਰ ਹਾਲਾਤ ਉਸ ਪਾਰਟੀ ਬਾਰੇ ਇਸ ਤਰ੍ਹਾਂ ਦੇ ਸਾਹਮਣੇ ਆ ਰਿਹਾ ਕਿ ਜਿਹੜੀਆਂ ਗੱਲਾਂ ਦਾ ਕਰਕੇ ਪਾਰਟੀ ਨੂੰ ਲੋਕ ਪਿਆਰ ਕਰਦੇ ਸੀ, ਉਹ ਗੱਲਾਂ ਹੌਲੀ ਹੌਲੀ ਲੋਕਾਂ ਦੇ ਮਨੋਂ ਲੱਥ ਰਹੀਆਂ। ਕੇਜਰੀਵਾਲ ਨੇ ਦਿੱਲੀ ਦਾ ਕਿਲ੍ਹਾ ਕਾਇਮ ਰੱਖਿਆ, ਉੱਥੇ ਦੂਸਰੀ ਵਾਰ ਵੀ ਧੜੱਲੇ ਨਾਲ ਜਿੱਤ ਗਿਆ, ਪਰ ਰਾਜਾਂ ਦੇ ਵਿੱਚ ਉਹ ਪੋਜੀਸ਼ਨ ਨਹੀਂ ਬਣ ਸਕੀ। ਹੁਣ ਜੇ ਉਹ ਨਹੀਂ ਬਣਦੀ, ਇਕੱਲਾ ਦਿੱਲੀ ਤੱਕ ਉਹਨੇ ਸੀਮਤ ਰਹਿਣਾ, ਫਿਰ ਉਹ ਠੀਕ ਹੈ। ਪਰ ਜੇ ਉਹਨੇ ਅੱਗੇ ਵਧਣਾ ਤੇ ਫਿਰ ਸੂਬੇਦਾਰੀ ਵੀ ਕੇਂਦਰ ਤੋਂ ਚਲਾਉਣੀ, ਇਹ ਬਹੁਤਾ ਚਿਰ ਨਹੀਂ ਚੱਲ ਸਕਣੀ। ਲੋਕਾਂ 'ਚ ਮਾੜਾ ਪ੍ਰਭਾਵ ਜਾਵੇਗਾ। ਭਗਵੰਤ ਮਾਨ ਵਿੱਚ ਨੁਕਸ ਹੈ, ਨੁਕਰੇ ਬਿਠਾ ਕੇ ਸਾਰੀ ਪਾਰਟੀ ਨੂੰ ਖਿੱਚੇ। ਜੀ। ਜਿਹੜੀਆਂ ਗੱਲਾਂ ਦੂਜੇ ਇਤਰਾਜ਼ ਕਰਦੇ ਸੀ, ਉਦੋਂ ਕੇਜਰੀਵਾਲ ਨੇ ਇਤਰਾਜ਼ ਕਿਉਂ ਨਾ ਕੀਤਾ, ਤੇ ਹੁਣ ਸਾਰੀਆਂ ਗੱਲਾਂ ਇਕੱਠੀਆਂ ਕਿਉਂ ਕੱਢੀਆਂ ਜਾ ਰਹੀਆਂ ਨੇ। ਤੇ ਜਿਹੜਾ ਭਗਵੰਤ ਮਾਨ ਹੈ, ਉਹ ਵੀ ਜੇ ਇਹ ਸਮਝੇ ਕਿ ਮੈਂ ਭਗਵੰਤ ਹਾਂ, ਕੋਈ ਬੰਦਾ ਭਗਵੰਤ ਨਹੀਂ ਹੁੰਦਾ, ਬੰਦਾ ਬੰਦਾ ਹੀ ਹੁੰਦਾ। ਜੀ। ਉਹਨੂੰ ਵੀ ਇਹ ਸਮਝਣਾ ਚਾਹੀਦਾ ਕਿ ਪਾਰਟੀ ਵੱਡੀ ਹੁੰਦੀ, ਡਿਸਪਲਿਨ ਮੰਨਣਾ ਚਾਹੀਦਾ, ਪਰ ਪਾਰਟੀ ਨੂੰ ਵੀ ਇਹ ਸਮਝਣਾ ਚਾਹੀਦਾ। ਤੇ ਜੇ ਇਹ ਸਹਿਮਤੀ ਹੋ ਜਾਵੇ ਕਿ ਭਗਵੰਤ ਨਹੀਂ ਠੀਕ ਚੱਲਦਾ, ਕੋਈ ਦੂਜਾ ਸਹਿਮਤੀ ਨਾਲ ਲੱਭ ਲਿਆਉਣ, ਪਰ ਲੋਕਾਂ ਸਾਹਮਣੇ ਲਿਆਉਣ ਤਾਂ ਸਹੀ। ਬੁੱਕਲ 'ਚ ਗੁੜ ਦੀ ਰੋੜੀ ਭੰਨੀ ਫਿਰਦੇ, ਕਿਸੇ ਨੂੰ ਪਤਾ ਹੀ ਨਹੀਂ ਅੰਦਰ ਵੜ ਕੇ ਕੀ ਕਰਦੇ ਪਏ, ਕੀ ਨਾਨੀ ਦੋਤੀ ਆਉਣ ਡਈ ਹੈ। ਕੁਝ ਪਬਲਿਕ ਸਾਹਮਣੇ ਆਉਣਾ ਤਾਂ ਚਾਹੀਦਾ ਜੀ। ਤੇ ਜੇ ਆਉਂਦਾ ਨਹੀਂ, ਤੇ ਜਿਹੜੀ ਲੋਕਤੰਤਰ ਦੀ ਗੱਲ ਕਹਿ ਕੇ ਪਾਰਟੀ ਸ਼ੁਰੂ ਕੀਤੀ ਸੀ, ਉਹ ਕਾਹਦੇ ਲਈ ਕੀਤੀ ਸੀ? ਜਿਹੜੀ ਪਾਰਦਰਸ਼ਤਾ ਦੀਆਂ ਗੱਲਾਂ ਸੀ, ਉਹ ਕਾਹਦੇ ਲਈ ਕੀਤੀਆਂ ਸੀ? ਅੰਦਰੂਨੀ ਲੋਕਤੰਤਰ ਤੇ ਹਾਈ ਕਮਾਂਡ ਕਲਚਰ ਦਾ ਵਿਰੋਧ ਕਰਨ ਦੀਆਂ ਜਿਹੜੀਆਂ ਗੱਲਾਂ ਉਦੋਂ ਕੀਤੀਆਂ ਗਈਆਂ ਸਨ, ਉਹ ਕਾਹਦੇ ਲਈ ਕੀਤੀਆਂ ਸਨ? ਜੇ 2017 ਦੇ ਵਿੱਚ ਜਿੱਤੀ ਚੋਣ ਪੰਜਾਬ 'ਚ ਹਰਾਈ ਸੀ, ਉਹਦੇ ਤੋਂ ਕੋਈ ਸਬਕ ਸਿੱਖਿਆ ਨਹੀਂ? ਇੱਕ ਵਾਰੀ ਬੰਦਾ ਗਲਤੀ ਕਰੇ ਤੇ ਉਹ ਹੋ ਜਾਂਦਾ ਵੀ ਸਹਿਬਨ ਹੋ ਗਈ ਹੈ। ਜੇ ਮੁੜ ਹੋਵੇ, ਲੋਕੀ ਕਿੰਨੀ ਕੁ ਚਿਰ ਬਰਦਾਸ਼ਤ ਕਰਨਗੇ? ਜੀ। ਪਾਰਟੀ ਨੂੰ ਸੋਚ ਲੈਣਾ ਚਾਹੀਦਾ। ਬਾਰ-ਬਾਰ ਤਾਂ ਪੁਲਿਸ ਸਾਹਿਬ ਯਾਦ ਦਿੱਤੀ ਹੁੰਦੀ। ਇੱਕ ਪੱਖ ਹੋਰ ਹੈ ਕਿ 2012 ਦੇ ਤਕਰੀਬਨ ਇਹਨਾਂ ਨੇ ਪਾਰਟੀ ਬਣਾਈ ਸੀਗੀ, ਬਾਅਦ ਚ 9 ਸਾਲ ਦਾ ਸਮਾਂ, ਚਲੋ 10 ਸਾਲ ਵੀ ਹੋ ਜਾਣੇ ਆ, ਕਹਿੰਦੇ ਅਸੀਂ ਨਵੇਂ ਆ। ਉੱਤਰਾਖੰਡ, ਗੁਜਰਾਤ, ਯੂਪੀ ਹਰ ਪਾਸੇ ਜ਼ੋਰ ਲਾਉਂਦੇ, ਪਰ ਜਿੱਥੇ ਸੀਟਾਂ ਹੈਗੀਆਂ ਉਧਰਲੇ ਪਾਸੇ ਫਿਰ ਇਹੀ ਸਵਾਲ ਬਾਰ-ਬਾਰ ਖੜੇ ਹੋ ਰਹੇ ਕਿ ਕੰਮ ਕੀਤਾ ਕਿਉਂ ਨਹੀਂ ਜਾ ਰਿਹਾ। ਚਲੋ ਉਹਨਾਂ ਦੀ ਮਰਜ਼ੀ ਹੈ, ਜੇ ਕਰ ਲੈਣਗੇ ਤੇ ਠੀਕ ਆ, ਨਾ ਕਰਨਗੇ ਤੇ ਲੋਕੀ ਕੋਈ ਹੋਰ ਲੱਭ ਲੈਣਗੇ। ਅਜੇ ਮੌਕਾ ਇਹਨਾਂ ਕੋਲ ਹੈਗਾ, ਸੰਭਾਲ ਸਕਦੇ, ਸੰਭਾਲ ਲੈਣ। ਫਰੰਟ ਕਈ ਬਣਨ ਨੂੰ ਤਿਆਰ ਵੀ ਹੁੰਦੇ ਆ। ਪਰ ਸਭ ਦੂਸਰੇ ਪਾਸੇ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਨੂੰ ਲੈ ਕੇ ਦੋਹਰੀ ਰਾਜਨੀਤੀ ਕਰਦਾ ਆ ਰਿਹਾ। 20 ਸਾਲ ਦਾ ਪਿਛਲਾ ਸਾਰਾ ਇਤਿਹਾਸ ਫੋਲ ਕੇ ਦੇਖਣਾ, ਇਹ ਅਮਰੀਕਾ ਨੂੰ ਹੁਣ ਹੀ ਸਾਰਾ ਕੁਝ ਕਿਉਂ ਯਾਦ ਆ ਰਿਹਾ ਜਦੋਂ ਜੋ ਬਾਈਡਨ ਪ੍ਰਸ਼ਾਸਨ ਹੈ? ਅਮਰੀਕਾ ਨੇ ਕਿਹਾ ਨਹੀਂ, ਉਹਨਾਂ ਦੇ ਵਿਦੇਸ਼ ਮੰਤਰੀ ਨੇ ਉਹਨੂੰ ਕਹਿਣਾ ਪਿਆ। ਜੀ। ਪਾਰਲੀਮੈਂਟ ਦੀ ਇੱਕ ਕਮੇਟੀ ਸਾਹਮਣੇ ਬੋਲਦਾ ਪਿਆ ਸੀ, ਉੱਥੇ ਮੈਂਬਰ ਅੱਗੋਂ ਪੈ ਗਏ ਕਿ ਤੁਹਾਨੂੰ ਨਹੀਂ ਪਤਾ ਕਿ ਪਾਕਿਸਤਾਨ ਡਬਲ ਗੇਮ ਖੇਡਦਾ ਪਿਆ। ਨਾਟੋ ਤੋਂ ਬਾਹਰ ਰਹਿ ਕੇ ਗੈਰ ਨਾਟੋ ਸਹਿਯੋਗੀ ਤੁਹਾਡਾ ਹੋ ਕੇ, ਇੱਕ ਪਾਸੇ ਉਹ ਤੁਹਾਨੂੰ ਫੌਜੀ ਛਾਉਣੀਆਂ ਦੇਵੇ, ਆਪਣੇ ਏਅਰਪੋਰਟ ਦੇਵੇ ਲੜਨ ਵਾਸਤੇ ਤੇ ਉਹਨਾਂ ਦਾ ਕਿਰਾਇਆ ਲਵੇ, ਤੇ ਦੂਜੇ ਪਾਸਿਓਂ ਤਾਲਿਬਾਨ ਜਿਨ੍ਹਾਂ ਦੇ ਨਾਲ ਤੁਸੀਂ ਲੜਦੇ ਹੋ, ਉਹਨਾਂ ਸਾਰਿਆਂ ਨੂੰ ਆਪਣੇ ਘਰ 'ਚ ਪਨਾਹ ਦੇਵੇ। ਇਹ ਤੋਂ ਵੱਧ ਡਬਲ ਗੇਮ ਕਿਹੜੀ ਆ ਜਿਹੜੀ ਤੁਸੀਂ ਪਰਖਣੀ ਆ? ਹੁਣ ਆਹ ਗੱਲਾਂ ਜਿਹੜੀਆਂ ਨੇ, ਇਹ ਅੱਜ ਉਹਨਾਂ ਦੇ ਵਿਦੇਸ਼ ਮੰਤਰੀ ਨੇ ਪਾਰਲੀਮੈਂਟ ਦੀ ਕਮੇਟੀ ਸਾਹਮਣੇ ਮੰਨ ਲਈਆਂ। ਜੀ। ਕਿ ਹਾਂ, ਪਾਕਿਸਤਾਨ ਨਾਲ ਕਰਦਾ ਸੀ, ਸਾਨੂੰ ਇਹਦੀ ਪਰਖ ਕਰਨੀ ਪਊ। ਇਹ ਹੁਣ ਪਤਾ ਲੱਗਾ, ਉਦੋਂ ਪਤਾ ਨਹੀਂ ਸੀ ਲੱਗਾ ਜਦੋਂ ਅਸਾਮਾ ਬਿਨ ਲਾਦਨ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 60 ਕਿਲੋਮੀਟਰ ਦੂਰ ਐਬਟਾਬਾਦ ਫੌਜੀ ਛਾਉਣੀ ਦੇ ਪਰਛਾਵੇਂ ਹੇਠ ਇੱਕ ਬਗਲੇ 'ਚ ਅੱਧੀ ਰਾਤ ਜਾ ਕੇ ਮਾਰਿਆ ਸੀ। ਉਹ ਜਿਹੜਾ ਸੀ ਉਹਦੇ ਨਾਲ ਤਾਂ ਸਾਬਤ ਹੋ ਗਿਆ ਸੀ ਕਿ ਉਹਨੂੰ ਉੱਥੇ ਰੱਖਿਆ, ਔਰ ਉਸ ਬਗਲੇ 'ਚ ਰੱਖਿਆ ਜਿਹਦੇ 'ਚ ਬਿਜਲੀ ਦੀ ਤਾਰ ਵੀ ਅੰਡਰਗਰਾਊਂਡ ਜਾਂਦੀ ਹੈ, ਕੇਬਲ। ਟੈਲੀਫੋਨ ਦੀ ਤਾਰ ਕੋਈ ਹੈਗੀ ਆ ਕਿ ਨਹੀਂ ਹੈਗੀ, ਅੰਡਰਗਰਾਊਂਡ ਹੋਊਗੀ। ਸਾਰੇ ਪ੍ਰਬੰਧ ਇੱਦਾਂ ਦੇ ਕੀਤੇ ਗਏ ਸਨ। ਇੰਨਾ ਕੁਛ ਹੋਇਆ ਸੀ, ਜਿਹੜੇ ਡਾਕਟਰ ਨੇ ਪੋਲੀਓ ਬੂੰਦਾਂ ਪਿਆਉਣ ਦੇ ਨਾਂ 'ਤੇ ਘਰ ਘਰ ਸਰਵੇ ਕਰਕੇ ਉਸਾਮਾ ਬਿਨ ਲਾਦਨ ਲੱਭ ਕੇ ਦਿੱਤਾ, ਉਹ ਪਾਕਿਸਤਾਨ ਨੇ ਇਹਨਾਂ ਨੂੰ ਦੇਣ ਤੋਂ ਨਾ ਕਰ ਦਿੱਤੀ। ਅਜੇ ਤੱਕ ਪਾਕਿਸਤਾਨ ਦੀ ਜੇਲ੍ਹ ਧੱਕੇ ਖਾਂਦਾ ਫਿਰਦਾ ਹੋਵੇ, ਇਹਨਾਂ ਨੂੰ ਉਦੋਂ ਪਤਾ ਨਹੀਂ ਲੱਗਾ। ਜਿਹੜਾ ਅਫਗਾਨਿਸਤਾਨ ਦਾ ਰਾਸ਼ਟਰਪਤੀ ਮੁੱਲਾ ਉਦੋਂ ਸੀ, ਉਸ ਮੁੱਲਾ ਉਮਰ ਨੂੰ ਉੱਥੋਂ ਜਦੋਂ ਕੱਢਿਆ, ਪਤਾ ਨਹੀਂ ਸੀ ਲੱਗਦਾ ਕਿੱਥੇ ਆ।
ਪਾਕਿਸਤਾਨ ਦੇ ਮਿਲਟਰੀ ਹਸਪਤਾਲ 'ਚ ਮਰਿਆ। 2 ਸਾਲ ਤੱਕ ਉਹਦੀ ਗੱਲ ਪਾਕਿਸਤਾਨ ਨੇ ਲੁਕਾ ਕੇ ਰੱਖੀ, ਫਿਰ ਮੰਨਿਆ ਕਿ ਸਾਡੇ ਮਿਲਟਰੀ ਹਸਪਤਾਲ 'ਚ ਮਰਿਆ। ਉਦੋਂ ਨਹੀਂ ਸੀ ਪਤਾ। ਹੁਣ ਇੰਨਾ ਚਿਰ ਕੁੱਟ ਖਾ ਕੇ ਅਕਲ ਆਈ ਹੈ। ਜੇ ਆਈ ਹੈ ਤੇ ਅੱਜ ਹੀ ਸੰਭਲ ਜਾਣ ਜੀ। ਅਜੇ ਵੀ ਉਹ ਸੰਭਲਦੇ ਨਹੀਂ ਪਏ। ਜਿਹੜੀਆਂ ਖੇਡਾਂ ਅਮਰੀਕਾ ਨੇ ਦਿੱਤੀਆਂ, ਸਾਡੇ ਪੰਜਾਬੀ 'ਚ ਕਹਿੰਦੇ ਆ ਕਿ ਹੱਥਾਂ ਦੀਆਂ ਦਿੱਤੀਆਂ ਗੰਢਾਂ ਕਈ ਵਾਰੀ ਫਿਰ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਤੇ ਉਦੋਂ ਖੁੱਲ੍ਹਦੀਆਂ ਨਹੀਂ ਹੁੰਦੀਆਂ। ਅਮਰੀਕਾ ਵਾਲਿਆਂ ਨੇ ਇੰਨਿਆਂ ਸਾਲਾਂ ਤੱਕ ਪਾਕਿਸਤਾਨ ਨੂੰ ਚਮੜਾ ਕੇ ਬਹੁਤ ਦੂਰ ਤੱਕ ਪਹੁੰਚਾ ਦਿੱਤਾ। ਇਹ ਵੇਖਦੇ ਰਿਹਾ ਕਿ ਜੇ ਪਾਕਿਸਤਾਨ ਐਟਮ ਬੰਬ ਵੀ ਬਣਾਉ ਤੇ ਭਾਰਤ ਨੂੰ ਖਤਰਾ, ਸਾਨੂੰ ਕੀ ਹੈ। ਇਹ ਅੱਗ ਲਾ ਕੇ ਤੇ ਆਪ ਦੁਨੀਆ ਦੇ ਦੂਸਰੇ ਸਿਰੇ ਜਾ ਕੇ ਪਹਾੜੀਆਂ ਤੇ ਚੜ੍ਹੇ ਰਹੇ। ਹੁਣ ਜਦੋਂ ਆਪਣੇ ਘਰ ਦੇ ਵਿੱਚ ਮੁਸੀਬਤ ਬਣੀ ਹੈ, ਔਰ ਇਹ ਵੀ ਹੁਣ ਮੰਨੇ ਨੇ ਕਿ ਤਾਲਿਬਾਨ ਨੂੰ ਇੰਨਾ ਮਜ਼ਬੂਤ ਪਾਕਿਸਤਾਨ ਨੇ ਕੀਤਾ ਕਿ ਉਹ ਅਫਗਾਨਿਸਤਾਨ 'ਚੋਂ ਸਾਡੀ ਫੌਜ ਨੂੰ ਕੁੱਟ ਕੇ ਘਰ ਜਾਣ ਨੂੰ ਮਜਬੂਰ ਕਰ ਸਕੇ। ਜੀ। ਜਿੰਨੇ ਤਾਲਿਬਾਨ ਦਾ ਲੀਡਰ ਹੈ, ਮੁੱਲਾ ਬਰਾਦਰ ਤੇ ਹੱਕਾਨੀ ਸਮੇਤ, ਸਾਰਿਆਂ ਕੋਲੋਂ ਪਾਸਪੋਰਟ ਪਾਕਿਸਤਾਨ ਦੇ ਬਣੇ ਨਿਕਲਣ ਡਿਆ। ਹੁਣ ਅਮਰੀਕਾ ਨੇ ਗਲਤੀ ਮੰਨੀ ਨਹੀਂ, ਉਹਨੂੰ ਮੰਨਣੀ ਪਈ ਹੈ ਕਿ ਪਾਕਿਸਤਾਨ ਨੇ ਆਹ ਕੁਝ ਕੀਤਾ ਤੇ ਸਾਡੇ ਕੁਛੜ ਬਹਿ ਕੇ ਦਾੜੀ ਖੋਂਦਾ ਰਿਹਾ, ਸਾਨੂੰ ਪਤਾ ਹੀ ਨਹੀਂ ਲੱਗਾ। ਇਹ ਦੁਨੀਆ ਦੀ ਸੁਪਰ ਪਾਵਰ ਹੈ ਜਿਹੜੀ ਬਿਲਕੁਲ ਨਲਾਇਕ ਸਾਬਤ ਹੋਈ ਹੈ। ਸੁਪਰ ਪਾਵਰ ਨੂੰ ਹੁਣ ਜਵਾਬ ਦੇਣਾ ਪੈਣਾ। ਪਰ ਪੰਜ ਸਾਹਿਬ, ਤੁਸੀਂ ਖਬਰਾਂ ਤੇ ਚਰਚਾ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।